ਸਿਮਰਨ ਕਰਾਂਗੇ, ਸ਼ਬਦੀ ਵਿਚਾਰ ਸੁਣਾਂਗੇ, ਸਾਡਾ ਮਨ ਤ੍ਰੈਗੁਣਾਂ ਤੋਂ ਉੱਪਰ ਉੱਠ ਜਾਏਗਾ, ਚੌਥੇ ਪਾਚ ਪ੍ਰਵੇਸ਼ ਹੋ ਜਾਏਗਾ। ਉਹ ਸਾਡਾ ਘਰ ਹੈ, ਸਾਨੂੰ ਸੁੱਖ ਮਿਲੇਗਾ। ਹੌਲੀ ਹੌਲੀ ਫਿਰ ਉਹ ਸੁੱਖ ਦੀ ਅਸੀਂ ਆਸ ਕਰਾਂਗੇ, ਸਾਡਾ ਪਿਆਰ ਪੈਂਦਾ ਜਾਏਗਾ ਸੰਗਤ ਦੇ ਨਾਲ। ਫਿਰ ਉੱਥੇ ਆਸਣ ਲੱਗ ਜਾਏਗਾ, ਸਾਡਾ ਮਨ ਥਿਰ ਹੋ ਜਾਏਗਾ, ਜਿਸ ਨੂੰ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ, ਕਹਿੰਦੇ ਥਿਰ ਸਾਧ ਸਫਰੀਆ ਜੈ ਕੀਰਤਨ ਹਰੀਆ। ਉੱਥੇ ਫਿਰ ਆਪਾਂ ਨੂੰ ਆਹ ਸ਼ਬਦ ਨਾਮ ਜਿਹੜਾ ਇਹ ਸੁਣਾਈ ਦੇਣਾ ਸ਼ੁਰੂ ਕਰੇਗਾ, ਆਪਾਂ ਉਹਨੂੰ ਸੁਣਾਂਗੇ। ਜਿਵੇਂ ਜਿਵੇਂ ਸੁਣਾਂਗੇ ਨਾ ਜੀ, ਮਨ ਜੀਵਤ ਹੁੰਦਾ ਜਾਏਗਾ। ਮਨ ਜੀਵੇ ਨਾਮ ਸੁਣ ਤੇਰਾ। ਜਿਵੇਂ ਜਿਵੇਂ ਸੁਣਾਂਗੇ ਆਨੰਦ ਦੀ ਅਵਸਥਾ ਵਿੱਚ ਚਲਾ ਜਾਏਗਾ। ਖੁਰਾਕ ਮਿਲਣੀ ਸ਼ੁਰੂ ਹੋ ਗਈ, ਮਨ ਦੀ ਭੁੱਖ ਸੀ ਤ੍ਰਿਸ਼ਨਾ, ਉਹ ਦੂਰ ਹੋਣੀ ਸ਼ੁਰੂ ਹੋ ਗਈ। ਜਿਵੇਂ ਜਿਵੇਂ ਕਮਾਈ ਕਰੀ ਜਾਵਾਂਗੇ, ਧਨ ਵੱਧਦਾ ਜਾਏਗਾ, ਓਨਾ ਹੀ ਸੁੱਖ ਵੱਧਦਾ ਜਾਏਗਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਜੇਕਰ ਸੁੱਖ ਲੈਣਾ ਨਾ, ਐਨ ਜਿਵੇਂ ਨਸ਼ਈ ਹੁੰਦਾ ਕੋਈ, ਜਦੋਂ ਨਸ਼ਾ ਕਰ ਲੈਂਦਾ ਤੇ ਬਸ ਉਹ ਆਨੰਦ ਦੀ ਅਵਸਥਾ ਵਿੱਚ ਚਲਾ ਜਾਂਦਾ ਆਪਦੇ ਹਿਸਾਬ ਨਾਲ, ਉਹਨੂੰ ਕੁਛ ਨਹੀਂ ਪਰਵਾਹ ਰਹਿੰਦੀ ਕਿਸ ਚੀਜ਼ ਦੀ। ਕਹਿੰਦੇ ਜੇਕਰ ਤੁਸੀਂ ਅਮਲੀ ਬਣਨਾ ਨਾ, ਆਨੰਦ ਲੈਣਾ, ਅਸਲੀ ਨਸ਼ਾ ਨਾਮ ਆ। ਨਾਨਕ ਨਾਮ ਰਤੇ ਸੇ ਸੱਚ ਅਮਲੀ। ਇਹ ਸੱਚਾ ਅਮਲ ਹੈ, ਕਹਿੰਦੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਹੋ ਜਾਵੇ। ਇਸ ਕਰਕੇ ਗੁਰਮੁਖ ਪਿਆਰਿਓ, ਫਿਰ ਨਾ ਕੋਈ ਚਿੰਤਾ, ਨਾ ਕੋਈ ਵਹਿਮ, ਨਾ ਕੋਈ ਭਰਮ। ਮਹਾਰਾਜ ਕਹਿੰਦੇ ਵੀ ਜਿਵੇਂ ਜਿਵੇਂ ਅਸੀਂ ਅੰਮ੍ਰਿਤ ਨੂੰ ਪੀ ਜਾਵਾਂਗੇ, ਨਾਮ ਨੂੰ ਸੁਣੀ ਜਾਵਾਂਗੇ, ਵੱਡੇ ਭਾਗਾਂ ਵਾਲੇ ਬਣਦੇ ਜਾਵਾਂਗੇ। ਰੋਜ਼ ਪੜ੍ਹਦੇ ਸੁਣਦੇ ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ। ਸਾਰੇ ਮਨੋਰਥ ਲੋਕ ਪਰਲੋਕ ਦੇ ਪੂਰੇ ਹੋ ਜਾਣਗੇ। ਜਿਵੇਂ ਜਿਵੇਂ ਸਾਡੀ ਉੱਧਰ ਲਿਵ ਜੁੜੇਗੀ, ਇੱਧਰੋਂ ਸਾਡਾ ਧਿਆਨ ਉੱਪਰ ਉੱਠਦਾ ਜਾਏਗਾ, ਸਾਡੀ ਬੁੱਧ ਵਿਵੇਕ ਹੁੰਦੀ ਜਾਏਗੀ। ਸਾਨੂੰ ਭੇਤ ਲੱਗ ਜਾਏਗਾ ਵੀ ਇਹ ਤਾਂ ਦੇਸ਼ ਹੀ ਸਾਡਾ ਨਹੀਂ, ਅਸੀਂ ਇੱਥੋਂ ਦੇ ਰਹਿਣ ਵਾਲੇ ਨਹੀਂ। ਅਤੇ ਇਸ ਦੇਸ਼ ਦਾ ਅਸੀਂ ਲਾਲਚ ਕੀ ਕਰਨਾ, ਅਸੀਂ ਇਹ ਧਨ ਇਕੱਠਾ ਕਰੀਏ ਜਿਹੜਾ ਸਾਡੇ ਨਾਲ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਥ ਨਾ ਚਾਲੇ ਬਿਨ ਭਜਨ, ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ। ਪੁੱਤ ਬੰਦ ਕਰ ਦਿਓ, ਬੰਦ ਕਰ ਦਿਓ। ਜੇ ਕੋਈ ਜ਼ਿਆਦਾ ਗਰਮੀ ਮਹਿਸੂਸ ਕਰਦਾ ਤਾਂ ਬਾਹਰ ਮੱਛਰ ਨਹੀਂ ਹੈਗਾ, ਵੈਸੇ ਬੈਠ ਸਕਦੇ ਹੋ, ਕਿਉਂਕਿ ਬੜਾ ਸਹਿਜ ਦਾ ਖੇਲ ਆ। ਛੋਟੀ ਜਿਹੀ ਚੀਜ਼ ਵੀ ਡਿਸਟਰਬ ਕਰਦੀ ਆ। ਇਸ ਕਰਕੇ ਗੁਰਮੁਖਾਂ ਨੂੰ ਬੇਨਤੀ ਆ, ਬਾਹਰ ਵੀ ਜੇ ਕੋਈ ਬੱਚਾ ਬੋਲਦਾ ਤਾਂ ਉਹਨੂੰ ਵੀ ਕਵਰ ਕਰੋ। ਗੁਰਮੁਖ ਪਿਆਰਿਓ, 10ਵੇਂ ਪਾਤਸ਼ਾਹ ਨੇ ਨਾ ਇੱਕ ਵਾਰੀ ਮਹਾਰਾਜ ਵਿਚਾਰ ਕਰ ਰਹੇ ਸੀ, ਅਤੇ ਵਿੱਚ 2 ਗੁਰਮੁਖ ਬੋਲ ਪਏ, ਅਤੇ ਮਹਾਰਾਜ ਨੇ ਤਾਂ ਬੜਾ ਸਖਤ ਵਚਨ ਕੀਤਾ। ਕਹਿੰਦੇ ਵੀ ਹਰੀ ਜਸ ਦੇ ਚੱਲਦਿਆਂ ਜੇ ਕੋਈ ਬਾਤ ਚਲਾਏਗਾ ਨਾ, ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਜੇ ਤੁਹਾਡਾ ਕਿਸੇ ਦਾ ਫੋਨ ਵੀ ਵੱਜ ਜਾਂਦਾ ਨਾ, ਅਤੇ ਮਨ ਸਹਿਜ 'ਚੋਂ ਬਾਹਰ ਆ ਜਾਂਦਾ ਹੈ। ਇਹ ਸਹਿਜ ਦੀ ਕਥਾ ਹੈ। ਮਹਾਰਾਜ ਕਹਿੰਦੇ ਪ੍ਰਭ ਕੀ ਕਥ ਕਹਾਣੀ, ਜਨ ਬੋਲੇ ਅੰਮ੍ਰਿਤ ਬਾਣੀ। ਇਸ ਕਰਕੇ ਸਾਵਧਾਨ ਹੋ ਕੇ ਆਉਣਾ, ਅਤੇ ਇਹ ਬੰਦ ਕਰ ਲਿਆ ਕਰੋ ਬਟਨ ਜੀ ਇਹਦਾ। ਨਹੀਂ ਆਉਂਦਾ ਤਾਂ ਬਾਹਰ ਗੁਰਮੁਖਾਂ ਤੋਂ ਕਰਾ ਲਿਆ, ਕਿਉਂਕਿ ਅੱਜ ਸਮੇਂ ਦੀ ਲੋੜ ਪੈ ਗਈ, ਆਪਾਂ ਛੱਡ ਨਹੀਂ ਸਕਦੇ ਇਹਨੂੰ। ਅਤੇ ਬਾਹਰੋਂ ਔਫ ਕਰਾ ਲਿਆ ਜਾਂ ਸਾਈਲੈਂਟ ਕਰਾ ਲਿਆ, ਕਿਉਂਕਿ ਕਾਲ ਜਿਹੜਾ ਨਾ ਉਹ ਸ਼ਿਕਾਰੀ ਵਾਂਗੂ ਇੰਨਾ ਘੇਰਾ ਟਾਈਟ ਕਰ ਰਿਹਾ ਮਨ ਦਾ ਕਿ ਨਿਕਲ ਹੀ ਨਾ ਸਕੇ, ਕਿਸੇ ਕੀਮਤ 'ਤੇ ਵੀ ਨਾ ਨਿਕਲ ਸਕੇ। ਇਸ ਕਰਕੇ ਉਹਨੇ ਆ ਜਿਹੜਾ ਮੋਬਾਈਲ ਹੈ, ਇਸ ਦੇ ਨਾਲ ਸਾਨੂੰ ਬੰਨ੍ਹ ਲਿਆ। ਬਹੁਤ ਜ਼ਿਆਦਾ ਮਨ ਤਮੋਗੁਣ 'ਤੇ ਜਾਣ ਲੱਗ ਪਿਆ ਮੋਬਾਈਲ ਦੇ ਰਾਹੀਂ। ਮੰਨ ਲਓ ਕਿਸੇ ਪਤੀ ਨੇ ਫੋਨ ਕੀਤਾ ਪਤਨੀ ਨੂੰ, ਉਹ ਕੋਈ ਘਰ ਦੇ ਵਿੱਚ ਕੰਮ ਕਰ ਰਹੀ ਆ, ਕਿਸੇ ਕਾਰਨ ਚੱਕ ਨਹੀਂ ਸਕੀ,
तो बस एक काल मौका संभाल के सज्जे पासे ध्यान नूं लै जांदा है। हाँ, किहदा फोन आया सी, कित्थे करदी सी, बस शुरू खेड। ਇਹ ਪਾਲਦਾ ਇਹ ਕੰਮ, ਇਹੀ ਇਹਦਾ ਖੇਡ ਆ। ਇਸ ਕਰਕੇ ਗੁਰੂ ਪਿਆਰਿਓ ਸਾਵਧਾਨ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਜਿਹੜੀ ਸੰਗਤ ਹੈ, ਇੱਥੇ ਨਾ ਕੋਈ ਢੋਲਕੀਆਂ ਖੜਕਦੀਆਂ, ਨਾ ਇੱਥੇ ਚਮਚੇ ਖੜਕਦੇ ਆ, ਨਾ ਕੋਈ ਇੱਥੇ ਦੀਵਾ ਜਗਾਇਆ ਜਾਂਦਾ, ਨਾ ਕੋਈ ਪੁੰਨਿਆ ਮੱਸਿਆ ਮਨਾਈ ਜਾਂਦੀ ਆ। ਇੱਥੇ ਤਾਂ ਜੋ ਗੁਰੂ ਨਾਨਕ ਦੇ ਘਰ ਦਾ ਹੁਕਮ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਸ ਕਰਕੇ ਗੁਰਮੁਖ ਪਿਆਰਿਓ, ਸਾਰੇ ਆਪਾਂ ਜ਼ਿੰਮੇਵਾਰ ਆ, ਸਾਰਿਆਂ ਦੀ ਬਰਾਬਰ ਦੀ ਜ਼ਿੰਮੇਵਾਰੀ ਆ। ਜੇ ਕੋਈ ਨਵਾਂ ਜੀਵ ਆਉਂਦਾ ਉਹਨੂੰ ਕਵਰ ਕਰਨਾ ਆਪਣਾ ਫਰਜ਼ ਬਣਦਾ ਹੈ। ਇਸ ਕਰਕੇ ਆਓ ਹੁਣ ਆਪਾਂ ਮੁੜੀਏ। ਕਿੱਥੇ ਸੀਗੇ ਆਪਾਂ, ਦੱਸੋ? ਚਲੋ, ਇਹ ਐ ਹੁੰਦਾ, ਮਾਲਕ ਨੇ ਪਤਾ ਨਹੀਂ ਕੀ ਉਪਦੇਸ਼ ਦੇਣਾ ਹੁੰਦਾ ਸਾਨੂੰ, ਉਹ ਤੋਂ ਅਸੀਂ ਖੁੰਝ ਜਾਂਦੇ। ਉਹ ਕਿਹੜਾ ਕਿਸੇ ਦਾ ਗੁਲਾਮ ਹੈ, ਉਹ ਤਾਂ ਮਾਲਕ ਆ। ਜੇ ਆਪਣੀ ਸੁਰਤੀ ਉਹਦੇ ਚਰਨ ਨਾਲ ਜੁੜੀ ਰਹੇਗੀ ਤਾਂ ਚੱਲੀ ਜਾਏਗਾ ਸਿਸਟਮ। ਜਦੋਂ ਥੋੜ੍ਹਾ ਜਿਹਾ ਉਖੜ ਗਿਆ ਕੰਮ, ਫਿਰ ਨਵਾਂ ਉਪਦੇਸ਼ ਤਾਂ ਸ਼ੁਰੂ ਹੋ ਜਾਏਗਾ, ਉਹ ਖੜ ਜਾਂਦਾ ਉੱਥੇ। ਇਸ ਕਰਕੇ ਗੁਰਮੁਖ ਪਿਆਰਿਓ, ਜਿਹੜਾ ਅੰਮ੍ਰਿਤ ਹੈ, ਮਹਾਰਾਜ ਕਹਿੰਦੇ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਜਿਵੇਂ ਜਿਵੇਂ ਸੱਚ ਸਾਡੇ ਮਨ 'ਚ ਵਸੇਗਾ, ਓਨਾ ਹੀ ਅੰਮ੍ਰਿਤ ਜਿਹੜਾ ਵੱਧਦਾ ਜਾਏਗਾ। ਅਤੇ ਜਿਵੇਂ ਜਿਵੇਂ ਅੰਮ੍ਰਿਤ ਪੀਵਾਂਗੇ, ਜਿਹੜੀ ਤ੍ਰਿਸ਼ਨਾ ਤੋਂ ਅੱਜ ਸੰਸਾਰ ਦੁਖੀ ਹੈ, ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਰਹੇ। ਇਸ ਕਰਕੇ ਬਹੁਤ ਵਿਰਲੇ ਜੀਵ ਹੁੰਦੇ ਆ, ਜੱਗ ਮੇਂ ਉੱਤਮ ਕੱਢੀਏ ਵਿਰਲੇ ਕਈ ਕਹੀ, ਜਿਹੜੇ ਸਤ ਸੰਗਤ ਵਿੱਚ ਪਹੁੰਚਦੇ ਨੇ, ਅੰਮ੍ਰਿਤ ਨੂੰ ਪੀਂਦੇ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਹੁਣ ਉਸ ਨਾਮ ਦੇ ਵਪਾਰੀ ਬਣਨਾ ਹੈ। ਮਹਾਰਾਜ ਕਹਿੰਦੇ ਹਰ ਕੇ ਨਾਮ ਕੇ ਵਪਾਰੀ। ਹੁਣ ਉਹ ਜਦੋਂ ਆਪਾਂ ਵਪਾਰ ਕਰਨਾ ਹੈ, ਅਤੇ ਉਸ ਦੀ ਭਾਰੋਂ ਸਾਨੂੰ ਸਮਝਣਾ ਪੈਣਾ ਵੀ ਧਨ ਕਿੱਡਾ ਕੀਮਤੀ ਹੈ। ਪਹਿਲਾਂ ਤਾਂ ਹਾਸਲ ਕੀਤਾ ਜਾਏ, ਜੇ ਕੋਲੇ ਹੋਏਗਾ ਫਿਰ ਹੀ ਵਪਾਰ ਕਰ ਸਕਦੇ ਹਾਂ। ਜੇ ਧਨ ਹੀ ਨਹੀਂ ਕੋਲੇ ਤਾਂ ਕੀ ਵਪਾਰ ਕਰਾਂਗੇ। ਇਸ ਕਰਕੇ ਗੁਰਮੁਖ ਪਿਆਰਿਓ, ਹੁਣ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਸ ਧਨ ਨੂੰ ਕਮਾਉਣ ਵਾਸਤੇ ਤੁਸੀਂ ਇਸ ਰਸਤੇ ਨੂੰ ਛੱਡੋ ਜਿਹੜਾ ਇਹ ਧਾਤ ਦਾ ਹੈ। ਇਸ ਰਸਤੇ 'ਤੇ ਜਦੋਂ ਸਾਡਾ ਮਨ ਚੱਲਦਾ ਹੈ ਅਤੇ ਲੁੱਟਿਆ ਜਾਂਦਾ ਹੈ, ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਮਹਾਰਾਜ ਕਹਿੰਦੇ ਜੈ ਪੈਂਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦਰਾਰੀ। ਇਹ ਪਤਾ ਨਹੀਂ ਕਿੰਨੇ ਕੁ ਵਾਰ ਆਪਾਂ ਇਸ ਰਸਤੇ 'ਤੇ ਚੱਲ ਕੇ ਜੀਵਨ ਦੀ ਬਾਜੀ ਨੂੰ ਹਾਰੇ ਹਾਂ। ਪਤਾ ਨਹੀਂ ਕਿੰਨੇ ਕੁ ਵਾਰ, ਇੱਕ ਵਾਰੀ ਨਹੀਂ, ਕਿਉਂਕਿ ਅਸੀਂ ਛੱਡਿਆ ਹੀ ਨਹੀਂ ਇਹ ਰਸਤਾ। ਦ੍ਰਿੜ ਕਰ ਲੈਂਦੇ, ਇਹਨਾਂ ਪੰਜਾਂ ਦਾ ਸਾਥ ਲੈਂਦੇ, ਤ੍ਰਿਸ਼ਨਾ ਵਾਸ਼ਨਾ ਸੰਸ਼ੇ ਵਹਿਮ ਭਰਮ ਦਾ ਸਾਥ ਲੈਂਦੇ, ਕਰਮ ਨਾ ਛੱਡਦੇ, ਅਸੀਂ ਦ੍ਰਿੜ ਕਰ ਲੈਂਦੇ। ਕਰਮ ਕਰਨ ਨੂੰ ਮਹਾਰਾਜ ਨੇ ਮਨਾ ਨਹੀਂ ਕੀਤਾ, ਲੇਕਿਨ ਕਰਮ ਦਾ ਭੇਤ ਹੋਵੇ ਵੀ ਅਸੀਂ ਕਰਨਾ ਕਿਹੜਾ ਹੈ, ਕਿਵੇਂ ਕਰਨਾ। ਇਸ ਕਰਕੇ ਜਿਹੜਾ ਸੰਸਾਰ ਦਾ ਕਰਮ ਹੈ, ਜੇ ਅਸੀਂ ਸੱਚ ਨੂੰ ਭੁੱਲ ਗਏ, ਨਾਮ ਨੂੰ ਭੁੱਲ ਗਏ, ਅਤੇ ਸਾਨੂੰ ਕਰਨਾ ਹੀ ਪਏਗਾ। ਜੇ ਅਸੀਂ ਨਾ ਕਰਾਂਗੇ, ਇੱਥੋਂ ਦੇ ਲੋਕ ਜਿਹੜੇ ਇਹਨਾਂ ਪੰਜਾਂ ਦੇ ਵਸ ਨੇ, ਇਹ ਪੰਜੇ ਜਣੇ ਉਹਨਾਂ ਦੀ ਰਸਨਾ ਦਾ ਇਸਤੇਮਾਲ ਕਰਦੇ ਹੋਇਆ ਤੁਹਾਨੂੰ ਸ਼ਬਦ ਦੀਆਂ ਚੋਟਾਂ ਮਾਰਨਗੇ। ਇਹ ਨਿਕੰਮਾ ਹੈ, ਇਹ ਵਿਹਲੜ ਆ, ਇਹ ਸਾਡੇ 'ਤੇ ਬੋਝ ਆ, ਇਹ ਕੁਛ ਕਰਦਾ ਨਹੀਂ, ਭੁੱਖਾ ਮਰੇਗਾ, ਕੀ ਖਾਏਗਾ, ਸਾਨੂੰ ਕੀ ਖਵਾਏਗਾ। ਉਹ ਮਾਂ ਬਾਪ ਵੀ ਵਿੱਚ ਸ਼ਾਮਲ ਹੋ ਜਾਂਦੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ, ਉਤ ਕਰਮ ਕਰੋ
ਲੇਕਿਨ ਮਾਲਕ 'ਤੇ ਭਰੋਸਾ ਰੱਖੋ। ਸਾਰਿਆਂ ਜੀਆਂ ਨੂੰ ਪਾਲਣ ਵਾਲਾ ਉਹ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਝੇ ਰਾਖੇਗਾ ਸਿਰਜਨ ਹਾਰ। ਜਿਨ ਪਦੈਸ਼ ਤੂੰ ਕੀਆ, ਸੋਈ ਕਰਦਾ ਸਾਰ। ਉਹ ਵੀ ਪਾਲਣ ਵਾਲਾ ਹੈ ਜਿਹਨੇ ਤੈਨੂੰ ਪੈਦਾ ਕੀਤਾ। ਇਸ ਕਰਕੇ ਇੱਕ ਭਰਮ ਪਾਇਆ ਹੈ, ਜਿਵੇਂ ਮਾਤਾ ਪਿਤਾ ਨੂੰ ਪਾਇਆ। ਮਾਤਾ ਪਿਤਾ ਨੂੰ ਕੀ ਭਰਮ ਪਾਇਆ ਵੀ ਜਿਹੜਾ ਬੱਚਾ ਪੈਦਾ ਹੁੰਦਾ ਉਹ ਕਹਿੰਦੇ ਨੇ ਵੀ ਸਾਡਾ ਹੈ, ਅਸੀਂ ਪੈਦਾ ਕੀਤਾ, ਅਸੀਂ ਜੰਮਿਆ। ਮਹਾਰਾਜ ਕਹਿੰਦੇ ਤੁਹਾਨੂੰ ਤਾਂ ਭੇਦ ਹੀ ਨਹੀਂ ਕੋਈ, ਤੁਹਾਨੂੰ ਆਪ ਦਾ ਨਹੀਂ ਭੇਦ, ਬੱਚੇ ਦਾ ਭੇਦ ਕੀ ਆਉਣਾ, ਤੁਸੀਂ ਤਾਂ ਆਪ ਸੁੱਤੇ ਹੋ। ਇਸ ਕਰਕੇ ਜਿਹੜਾ ਮਨ ਹੈ ਉਸ ਦਾ ਸਾਨੂੰ ਭੇਦ ਹੀ ਨਹੀਂ ਹੁੰਦਾ। ਨਾ ਅਸੀਂ ਆਪਦੇ ਮਨ ਨੂੰ ਜਾਣਦੇ ਹਾਂ, ਨਾ ਅਸੀਂ ਜਿਹਨੂੰ ਬੱਚਾ ਕਹਿੰਦੇ ਹਾਂ, ਮਾਂ ਕਹਿੰਦੇ ਹਾਂ, ਬਾਪੂ ਕਹਿੰਦੇ, ਜੋ ਵੀ ਕਹਿੰਦੇ, ਭੈਣ ਭਰਾ, ਨਾ ਉਹਦੇ ਮਨ ਨੂੰ ਜਾਣਦੇ। ਸਾਡਾ ਪਿਆਰ ਸਿਰਫ ਚਮੜੇ ਤੱਕ ਹੈ। ਇਹ ਕਾਲਕ ਹੀ ਭਰਮ ਬਣਾਉਂਦਾ ਹੈ। ਜਿਹੜੇ ਮਿਸਤਰੀ ਹੁੰਦੇ ਨੇ ਮਾਂ ਬਾਪ, ਇਹ ਬੱਚੇ ਦੇ ਉਹਨਾਂ ਨਾਲ ਚੇਨ ਚੱਕਰ ਮਿਲਾ ਦਿੰਦਾ ਹੈ। ਨੈਣ ਨਕਸ਼ ਜਿਹਨੂੰ ਕਹਿੰਦੇ ਆਪਾਂ, ਆਕਾਰ ਸਰੀਰ ਦਾ। ਅਤੇ ਉਹ ਜੀਵ ਵੀ ਸਮਝਦਾ ਵੀ ਮੇਰਾ ਬੱਚਾ ਹੈ, ਅਤੇ ਆਂਢ ਗੁਆਂਢ ਵਾਲੇ ਕਹਿੰਦੇ ਵੇਖਿਆ ਜਮਾਂ ਮਾਂ 'ਤੇ ਗਿਆ, ਜਮਾਂ ਪਿਓ 'ਤੇ ਗਿਆ। ਅਤੇ ਹੁਣ ਇਹਦਾ ਪਤਾ ਨਹੀਂ ਵੀ ਇਹਦਾ ਘਰ ਬਣਿਆ ਇੱਕ, ਜਿਵੇਂ ਆਪਾਂ ਇੱਟਾਂ ਦਾ ਘਰ ਬਣਾਉਣੇ, ਇਸੇ ਤਰ੍ਹਾਂ ਇਹ ਜਿਹੜਾ ਘਰ ਬਣਿਆ, ਜਲ ਕੀ ਭੀਤ ਪਵਣ ਕਾ ਥੰਬਾ, ਰਕਤ ਬਿੰਦ ਕਾ ਗਾਰਾ, ਹਾੜ ਮਾਸ ਨਾਰੀ ਕੋ ਪਿੰਜਰ ਵਿੱਚ ਪੰਖੀ ਬਸੇ ਵਿਚਾਰਾ। ਕਹਿੰਦੇ ਇਸ ਤਰੀਕੇ ਦਾ ਇਹ ਘਰ ਬਣਿਆ, ਅਤੇ ਜਿਹੜਾ ਵਿੱਚ ਵਸਣ ਵਾਲਾ ਹੈ ਉਹਨੂੰ ਅਸੀਂ ਜਾਣਦੇ ਨਹੀਂ। ਅਸੀਂ ਘਰਾਂ ਨੂੰ ਹੀ ਪਿਆਰ ਕਰੀ ਜਾਂਦੇ। ਅਤੇ ਮਹਾਰਾਜ ਕਹਿੰਦੇ ਜੇ ਘਰਾਂ ਨਾਲ ਪਿਆਰ ਪਾ ਲਿਆ ਤਾਂ ਔਖੇ ਹੋ ਜਾਓਗੇ, ਅੰਤ ਸਮੇਂ ਸਜ਼ਾ ਮਿਲ ਜਾਏਗੀ। ਇਸ ਕਰਕੇ ਗੁਰਮੁਖ ਪਿਆਰਿਓ, ਆਪਾਂ ਗੁਰੂ ਦੀ ਮੱਤ ਲੈ ਕੇ ਇਸ ਖੇਲ ਨੂੰ ਸਮਝਣਾ, ਜਾਗਣਾ। ਜੇਕਰ ਅਸੀਂ ਜਾਗ ਪੈਂਦੇ, ਭੇਤ ਲੱਗ ਜਾਂਦਾ ਹੈ ਵੀ ਵਾਕਈ ਸਾਡਾ ਤਾਂ ਘਰ ਹੀ ਹੋ ਰਿਹਾ, ਅਸੀਂ ਇੱਕੋ ਪਿਓ 'ਤੇ ਬੱਚੇ, ਸਭ ਨੂੰ ਉਹ ਦੇ ਰਿਹਾ, ਸਭ ਨੂੰ ਪਾਲ ਰਿਹਾ। ਫਿਰ ਭਰਮ ਦੂਰ ਹੋ ਜਾਂਦਾ, ਹੁਕਮ ਵਿੱਚ ਆ ਜਾਂਦੇ। ਇਸ ਕਰਕੇ ਹੁਣ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਵੀ ਕਿਰਤ ਕਰੋ ਪੁੱਤ, ਨਾਲ ਜਸ ਦਾ ਸੰਤੋਖ ਲਓ, ਸਾਥ ਲਓ, ਅਤੇ ਨਾਲ ਨਾਮ ਜਪੋ। ਜਦੋਂ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ, ਤੁਹਾਡੇ ਕੰਮ 'ਚ ਕੋਈ ਵਿਘਨ ਨਹੀਂ ਲੱਗੇਗਾ। ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੇ। ਕਰਮ ਦੇ ਵਿੱਚ ਤਰੱਕੀ ਹੋ ਜਾਏਗੀ, ਤੁਹਾਡਾ ਥੋੜ੍ਹਾ ਧਨ ਹੀ ਬਹੁਤ ਹੋ ਜਾਏਗਾ। ਜਿਵੇਂ ਜਿਵੇਂ ਤੁਸੀਂ ਨਾਮ ਜਪੋਗੇ, ਸੰਗਤ ਕਰੋਗੇ, ਮਹਾਰਾਜ ਕਹਿੰਦੇ ਸਾਧ ਸੰਗ ਬਿਨ ਸੇ ਸਭ ਸੰਗ। ਕਹਿੰਦੇ ਸਾਰੇ ਸੰਗ ਹੀ, ਸਾਰੀਆਂ ਸੰਗਤਾਂ ਹੀ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਬਾਕੀ ਸਿਰਫ ਇੱਕੋ ਹੀ ਰਹਿ ਜਾਏਗੀ, ਰੰਗ ਚੜ੍ਹ ਜਾਏਗਾ ਮਨ ਨੂੰ, ਇੱਕੋ ਹੀ ਮਨ 'ਚ ਇੱਛਾ ਰਹਿ ਜਾਏਗੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਓ, ਚਿਰ ਪਇਓ ਦਰਸ਼ਨ ਵੇਖੇ। ਇਸ ਕਰਕੇ ਗੁਰਮੁਖ ਪਿਆਰਿਓ, ਸਾਰੀ ਲੋਕ ਲੱਜਾ ਖਤਮ ਹੋ ਗਈ, ਲੋਕ ਲੱਜਾ ਤੋਂ ਉੱਪਰ ਉੱਠ ਗਏ, ਅਤੇ ਆਪਣਾ ਖਰਚ ਕਿੱਥੇ ਹੋਣਾ, ਕਿਤੇ ਨਹੀਂ ਹੋਣਾ। ਇਹ ਪੰਜੇ ਜਣੇ ਸਾਨੂੰ ਤੰਗ ਕਰਦੇ ਨੇ ਲੋਕ ਲੱਜਾ 'ਚ ਲਿਆ ਕੇ, ਵੀ ਬਾਪੂ ਕਹਿੰਦਾ ਜੇ ਮੈਂ ਆਹ ਨਾ ਕੀਤਾ ਤਾਂ ਉਹ ਹੋ ਜਾਏਗਾ, ਉਹ ਨਾ ਕੀਤਾ ਤਾਂ ਆਹ ਹੋ ਜਾਏਗਾ, ਪੁੱਤਰ ਕਹਿੰਦਾ ਮੈਂ ਆਹ ਨਾ ਕੀਤਾ ਉਹ ਹੋ ਜਾਏਗਾ, ਘਰ ਵਾਲੇ 8। ਤੁਸੀਂ ਦੇਖੋ, ਤੁਸੀਂ ਮੇਰਾ ਪਰਿਵਾਰ ਹੋ ਕਈ ਜਨਮਾਂ ਦੇ, ਇੱਕ ਦਾ ਨਹੀਂ। ਆਪਾਂ ਬੜਾ ਆਪਣਾ, ਇਹਨੂੰ ਭੈਣ ਜੀ ਮਾੜਾ ਕਵਰ ਕਰੋ, ਤੁਸੀਂ ਭੈਣ ਜੀ ਬਾਹਰ ਲੈ ਜਾਓ, ਤੁਸੀਂ ਤਾਂ ਰੋਜ਼ ਸੰਗਤ ਕਰਦੇ ਹੋ। ਆਪਾਂ ਪਰਿਵਾਰ ਇੱਕ ਵਿਛੜੇ ਹੋਏ ਇਕੱਠੇ ਹੋਏ, ਅਤੇ ਵਿਛੜ ਫਿਰ ਜਾਣਾ। ਪਤਾ ਨਹੀਂ ਕਿੰਨੇ ਜਨਮ ਆਪਾਂ ਵਿਛੜਦੇ ਰਹੇ, ਮਿਲਦੇ ਰਹੇ, ਵਿਛੜਦੇ। ਇਸ ਕਰਕੇ ਆਪਣਾ ਕੋਈ ਨਾ ਕੋਈ ਰਿਸ਼ਤਾ ਰਿਹਾ, ਤਾਂ ਪਿਆਰ ਹੈ ਆਪਣਾ। ਅਤੇ ਜਿਹੜਾ ਗੁਰਮੁਖ ਜਾਗ ਪੈਂਦਾ, ਉਸਨੂੰ ਭੇਤ ਲੱਗ ਜਾਂਦਾ ਵੀ ਇਹ ਮੇਰਾ ਸੰਜੋਗੀ ਹੈ। ਉਹ ਹਰ ਤਰੀਕੇ ਕੋਸ਼ਿਸ਼ ਕਰਦਾ ਹੈ ਵੀ ਕਿਸੇ ਤਰੀਕੇ ਮੈਂ ਆਪਦੇ ਸੰਗੀ ਨੂੰ ਇਸ ਭਵ ਸਾਗਰ ਦੇ ਵਿੱਚੋਂ ਬਚਾਵਾਂ। ਜੇ ਫਿਰ ਇਹ ਡਿੱਗ ਪਿਆ ਅਤੇ 84 ਦੇ ਚੱਕਰ 'ਚ ਪੈ ਜਾਏਗਾ, ਬਹੁਤ ਔਖਾ ਹੋਏਗਾ। ਲੇਕਿਨ ਹੁਣ ਜਿਹੜੀ ਲੋਕ ਲੱਜੇ ਹੈ, ਉਹ ਖਹਿੜਾ ਨਹੀਂ ਛੱਡਦੀ। ਹੁਣ ਤੁਸੀਂ ਦੇਖੋ ਵੀ ਆਪਾਂ ਆਪਦਾ ਪਰਿਵਾਰ, ਪਰਿਵਾਰ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ। ਹੁਣ ਸਾਡੇ ਪਰਿਵਾਰ 'ਚ
ਜਦੋਂ ਮੈਂ ਆਪਾਂ ਗੁਰਮਤ 'ਚ ਆ ਗਏ, ਮਹਾਰਾਜ ਦੀ ਕਿਰਪਾ ਹੋ ਗਈ, ਖਰਚਾ ਘਟ ਗਿਆ ਸਾਰਾ, ਆਲਾ ਖਤਮ ਹੋ ਗਈ। ਹੁਣ 10ਵੇਂ ਪਾਤਸ਼ਾਹ ਵੀ ਬੜੇ ਬਲੀ ਸੀ, ਉਹਨਾਂ ਨੂੰ ਪਤਾ ਸੀ ਆਉਣ ਵਾਲੇ ਸਮੇਂ ਦਾ। ਉਹਨਾਂ ਨੇ ਵੀ ਫਿਰ ਐਸੇ ਵਚਨ ਕਰੇ ਨੇ ਵੀ ਸਿੱਖ ਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਹਦਾ ਆਪਦਾ ਵਿਆਹ ਹੋਵੇ ਜਾਂ ਉਹਦੇ ਬੱਚੇ ਦਾ ਵਿਆਹ ਹੋਵੇ। ਅਤੇ ਹੁਣ ਸਾਡੇ ਘਰੇ ਪਲੈਨਿੰਗ ਕੀ ਬਣਦੀ, ਮਸਾਂ ਜਵਾਕਾਂ ਦੇ ਵਿਆਹ ਕਰਨੇ, ਉਹਦੇ ਵਿੱਚ ਕਰਾਂਗੇ ਕੀ ਬਣਾਏ ਨੇ ਉਹ ਪੈਲਸ। ਮੈਂ ਤਾਂ ਨੂੰਹ ਨੂੰ ਸਾਰੇ ਚਾਅ ਲਵਾਉਣੇ ਆ, ਚੂੜੀਆਂ ਪਾਉਣੀਆਂ, ਸੁਰਖੀਆਂ ਲਵਾਉਣੀਆਂ, ਪੁੱਤ ਤੂੰ ਐਸ਼ ਲੈ, ਮੈਂ ਤਾਂ ਨਹੀਂ ਲਈ। ਅਤੇ ਮੈਂ ਕਿਹਾ ਜਿਨ੍ਹਾਂ ਨੇ ਐਸ਼ ਲਈ ਕਿਤੇ ਜਾ ਕੇ ਦੇਖੋ ਉਹਨਾਂ ਦਾ ਹਾਲ ਕੀ ਹੁੰਦਾ ਅੱਗੇ। ਉਹ ਜੂਤ ਪੈਂਦਾ ਜਿਹੜਾ ਰਹਿ ਰੱਬ ਦਾ ਨਾਂ। ਕੀ ਹੁੰਦਾ ਜਦੋਂ ਅਸੀਂ ਚਮੜੇ ਨਾਲ ਜੁੜ ਜਾਂਦੇ ਨਾ, ਇਸ ਚੰਮ ਦੇ ਨਾਲ। ਮਹਾਰਾਜ ਕਹਿੰਦੇ ਜੋ ਜਾਣੇ ਮੈਂ ਜੋ ਗੁਣਵੰਤ, ਅੱਗੇ ਕੀ ਲਿਖਿਆ ਮਹਾਰਾਜ ਨੇ, ਬੋਲੋ ਸਾਰੇ, ਸੋ ਹੋਵਤ ਨਿਸ਼ਠਾ ਕਰ ਜਾਣ। ਜਿਹੜਾ ਨਾਮ ਜਪਣ ਤੇ ਟਾਈਮ ਲਾਉਣਾ ਸੀ ਨਾ, ਉਹ ਸ਼ੀਸ਼ੇ ਮੂਹਰੇ ਲਾਤਾ। ਮਹਾਰਾਜ ਕਹਿੰਦੇ ਗੁਰਬਾਣੀ 'ਚ ਵੀ ਸ਼ਬਦ ਆ, ਵੇਦ ਪੂਜ ਪੂਜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ। ਨਾਰੀ ਸਾਡੇ ਸਾਰੇ ਮਨਾਂ ਨੂੰ ਕਹਿੰਦੇ ਆ, ਚਾਹੇ ਬੰਦਾ ਚਾਹੇ ਬੁੜੀ ਹੈ, ਇਹ ਨਹੀਂ ਇਕੱਲੀ ਇਸਤਰੀ, ਬੰਦੇ ਵੀ ਇਸੇ ਕੰਮ 'ਚ ਆ। ਸਾਡਾ ਬੱਚਾ ਉਹ ਘੰਟੇ 'ਚ ਪੱਗ ਬੰਨ੍ਹਦਾ, ਸੁਬਾਹ ਸਕੂਲ ਜਾਣ ਲੱਗਾ ਛੋਟੇ ਦਾ ਕਾਕਾ, ਦੇਖੋ 1 ਘੰਟਾ। ਅਤੇ ਜੇ ਉਹਨੂੰ ਕਹੀਏ ਰਹਿ ਰਸ ਕਰ ਲਾ, ਪਾਦੀ ਬਣ ਜਾਂਦੀ। ਐਸਾ ਖੇਲ ਹੈ ਕਲਯੁਗ ਦਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਦੀ ਮੱਤ 'ਚੋਂ ਬਾਹਰ ਜਾਵਾਂਗੇ ਦੁਖੀ ਹੋਵਾਂਗੇ। ਇਸ ਕਾਲ ਨੇ ਕੀ ਕਰਨਾ, ਇੱਕ ਵਾਰ ਸਾਡੇ ਸਿਰ ਕਰਜ਼ਾ ਚੜ੍ਹਾਤਾ ਨਾ, ਇੱਕ ਵਾਰ ਕਰਜ਼ਾ ਚੜ੍ਹਾਤਾ, ਅਸੀਂ ਸਿਮਰਨ ਨਹੀਂ ਕਰ ਸਕਾਂਗੇ। ਸਾਨੂੰ ਉਹ ਯਾਦ ਆਏਗਾ ਵੀ ਉਹਦੇ ਪੈਸੇ ਦੇਣੇ ਆ, ਉਹਦੇ ਪੈਸੇ ਦੇਣੇ। ਅਤੇ ਜੇ ਅਸੀਂ ਬੱਚੇ ਦੇ ਵਿਆਹ 'ਚ ਕਤਲ ਕਰਤਾ, ਮੁਰਗੇ ਬੱਕਰੇ ਜੋ ਵੀ ਆ, ਅਤੇ ਸੁੱਖ ਦੀ ਆਸ ਕਿੱਥੋਂ ਰੱਖਾਂਗੇ। ਆਤਮਾ ਤਾਂ ਉਹਨਾਂ 'ਚ ਵੀ ਹੈ ਕਿ ਨਹੀਂ ਹੈਗੀ ਜੀ, ਹੈਗੀ ਹੈ ਨਾ, ਉਹਨਾਂ 'ਚ ਵੀ ਆ। ਅਤੇ ਅਸੀਂ ਖੁਸ਼ੀ ਦੀ ਆਸ ਕਿਵੇਂ ਰੱਖ ਸਕਦੇ, ਤੁਸੀਂ ਦੇਖੋ। ਉਦੋਂ ਕੀ ਚਾਹੀਦਾ, ਸਾਦਾ ਵਿਆਹ, ਜਿਹੜੇ ਤੁਸੀਂ ਜਿੰਨੇ ਵੀ ਇਕੱਠੇ ਕਰਨੇ ਜੀਵ, ਗੁਰਮਤ ਅਨੁਸਾਰ ਕਰੋ, ਉਹਨਾਂ ਨੂੰ ਛਕਾਓ। ਅਤੇ ਕੁਛ ਐਸੇ ਜੀਵਾਂ ਨੂੰ ਕੁਛ ਦਿਓ ਜੇ ਤੁਹਾਡੇ ਕੋਲ ਧਨ ਜ਼ਿਆਦਾ ਹੈ, ਜਿਨ੍ਹਾਂ ਕੋਲ ਹੈ ਨਹੀਂ, ਉਹ ਵੰਡੋ ਉਦੋਂ, ਫਿਰ ਤਾਂ ਸੁੱਖ ਮਿਲੇਗਾ। ਹਰ ਇੱਕ ਦੇ ਅੰਦਰ ਪਰਮਾਤਮਾ ਵੱਸਦਾ, ਉਹ ਸੀਸਾਂ ਦੇਗਾ ਵੀ ਹਾਂ ਚੱਲ ਸ਼ੁਕਰ ਹੈ ਮਹਾਰਾਜ, ਇਹਨਾਂ ਦੇ ਬੱਚੇ ਦਾ ਵਿਆਹ ਸਾਨੂੰ ਆਹ ਕੁਛ ਮਿਲਿਆ, ਅਤੇ ਮਹਾਰਾਜ ਇਹਨਾਂ 'ਤੇ ਕਿਰਪਾ ਰੱਖੀ, ਇਹਨਾਂ ਦਾ ਪਰਦਾ ਢੱਕੀ। ਅਤੇ ਜੇ ਆਪਾਂ ਕਿਸੇ ਨੂੰ ਵੱਢੀਏ ਤਾਂ ਉਹ ਕਹੇਗਾ ਜੀ ਮਹਾਰਾਜ ਇਹਨਾਂ ਨਾਲ ਵੀ ਇਵੇਂ ਕਰੀ ਜਿਵੇਂ ਸਾਡੇ ਨਾਲ ਕੀਤੀ। ਤਾਂ ਫਿਰ ਨੂੰਹ ਸੱਸ ਨੂੰ ਨਹੀਂ ਸਿਆਣਦੀ, ਸੱਸ ਨੂੰਹ ਨੂੰ ਨਹੀਂ ਸਿਆਣਦੀ, ਕਿੱਥੋਂ ਸੁੱਖ ਭਾਲਦੇ ਹਾਂ ਅਸੀਂ। ਫਿਰ ਨਾਮ ਕਿਵੇਂ ਜਪਾਂਗੇ, ਲੋਕ ਲੱਜਾ 'ਚ ਤਾਂ ਆ ਗਏ ਨਾ ਅਸੀਂ। ਇਸ ਕਰਕੇ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਲਗਾਤਾਰ ਸੰਗਤ ਕਰੋ, ਫਿਰ ਮਨ ਜਾਗੇਗਾ, ਫਿਰ ਅਸੀਂ ਲੋਕ ਲੱਜਾ ਤੋਂ ਉੱਪਰ ਉੱਠਾਂਗੇ। ਇਸ ਕਰਕੇ ਕਿਉਂਕਿ ਕਈ ਯੁੱਗ ਹੋ ਗਏ ਭੁੱਲਿਆਂ ਨੂੰ, ਤਾਂ ਕਰਕੇ ਮਹਾਰਾਜ ਕਹਿੰਦੇ ਸੋ ਗੁਰ ਕਰੋ ਜੇ ਸਾਚ ਦ੍ਰਿੜਾਏ, ਅਕਥ ਕਥਾਏ ਸ਼ਬਦ ਮਿਲਾਏ। ਇਸ ਕਰਕੇ ਹੁਣ ਤੁਸੀਂ ਦੇਖੋ, ਆਹ ਤੁਸੀਂ ਕਿੱਡਾ ਸੋਹਣਾ ਹਾਲ ਬਣਾਇਆ, ਠੀਕ ਹੈ, ਅਤੇ ਇੱਥੇ ਕਰੀ ਜਾਓ ਵਿਆਹ ਬੱਚਿਆਂ ਦੇ, ਜੋ ਮਰਜ਼ੀ ਕਰੀ ਜਾਓ। ਕਾਹਦੇ ਵਾਸਤੇ ਪੈਸੇ ਦੇਣੇ, ਜੇ ਜ਼ਿਆਦਾ ਨੇ ਤਾਂ ਵੰਡ ਦਿਓ, ਮਹਾਰਾਜ ਦੇ ਨਾਂ 'ਤੇ ਵੰਡ ਦਿਓ ਲੋਕਾਂ ਨੂੰ, ਜੇ ਜ਼ਿਆਦਾ ਆ ਤਾਂ ਤੁਹਾਨੂੰ ਅਸੀਸਾਂ ਤਾਂ ਮਿਲਣਗੀਆਂ। ਖਲਕਤ ਦੇ ਵਿੱਚ ਰੱਬ ਵੱਸਦਾ ਹੈ, ਗੁਰੂ ਦੀ ਸੇਵਾ ਚਲਾ ਦਿਓ, ਜਿੱਥੇ ਬਹਿ ਕੇ ਸੰਗਤਾਂ ਨੇ ਨਾਮ ਜਪਣਾ, ਉਹ ਸੇਵਾ ਚਲਾ ਦਿਓ, ਉਹ ਸਭ ਤੋਂ ਉੱਤਮ ਸਥਾਨ ਆ। ਇਸ ਕਰਕੇ ਗੁਰੂ ਪਿਆਰਿਓ, ਆਪ ਜੀ ਦੇ ਚਰਨਾਂ 'ਚ ਬੇਨਤੀ, ਗੁਰਮਤਿ ਅਨੁਸਾਰ ਅਸੀਂ ਇੱਥੇ ਚੱਲਣਾ ਹੈ, ਇਸ ਧਾਤ ਦੇ ਰਸਤੇ ਨੂੰ ਛੱਡਣਾ, ਬਿਲਕੁਲ ਨਹੀਂ ਪਰਵਾਹ ਕਰਨੀ ਕਿਸੇ ਦੀ। ਮਹਾਰਾਜ ਕਹਿੰਦੇ ਜਬ ਤੇ ਭੇਟੇ ਦਰਸ਼ਨ ਸਾਧੂ, ਭਲੇ ਦਿਵਸ ਹੋਏ ਆਏ। ਕਹਿੰਦੇ ਹੁਣ ਕਾਹਦੀ ਚਿੰਤਾ, ਭਲੇ ਦਿਵਸ ਆ ਗਏ। ਪਹਿਲਾਂ ਲੋਕ ਲੱਜਿਆ ਸੀ ਵੀ ਅਸੀਂ ਇਹਨਾਂ ਦੇ ਘਰੋਂ ਖਾਧਾ ਅਤੇ ਹੁਣ ਖਵਾਵਾਂਗੇ, ਜੇ ਨਾ ਖਵਾਇਆ ਤਾਂ ਲੋਕ ਕੀ ਕਹਿਣਗੇ। ਮਹਾਰਾਜ ਕਹਿੰਦੇ ਲੋਕਾਂ ਦੀ ਚਤਰਾਈ ਉਪਮਾ ਤਾਂ ਆਪਾਂ ਸਾਰੀ ਛੱਡ ਹੀ ਦੇਣੀ ਹੈ ਨਾ, ਜੇ ਨਾ ਛੱਡੋਗੇ ਫਿਰ ਨਹੀਂ ਇਸ ਮਾਰਗ 'ਤੇ ਚੱਲਿਆ ਜਾ ਸਕਦਾ। ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਹੁਣ ਜਿਹੜੇ ਸਾਡੇ ਬੱਚੇ ਨੇ ਜਾਂ ਅਸੀਂ ਹਾਂ, ਸਾਨੂੰ ਸਵਾਸ ਤਾਂ ਪਰਮਾਤਮਾ ਦਿੰਦਾ ਹੈ ਜੀ, ਅਸੀਂ ਉਹਦੀ ਲੋਕ ਲੱਜਿਆ ਕਰੀਏ, ਉਹਦੀ ਵੰਗਾਰ ਕਰੋ, ਉਹਦੇ 'ਚ ਫੇਰੇ ਘੁੰਮੋ ਕਿ ਮਹਾਰਾਜ ਸ਼ੁਕਰ ਹੈ ਤੇਰਾ। ਤਲਵੰਡੀ ਭਾਈ ਮੈਂ ਚੌਂਕੀ ਲੱਗਿਆ ਸੀ, ਉੱਥੇ ਕਿਸੇ ਦੇ ਬੱਚੇ ਦਾ ਵਿਆਹ,
बहुत तकड़ा सी जीव, वो बड़ा खर्च करिया उसने ते आपदे सीरियां नूं व्याज लाउंदा सी। ਉਹ ਤੁਸੀਂ देखो मालक दा खेल। ਉਹ ਬੱਚਾ ਬੱਚੀ ਜਦੋਂ ਵਿਆਹ ਕੇ ਆਏ ਤੇ ਨਾਲ ਪਾਰਟੀ ਸੀ ਤੇ ਉੱਪਰ ਚੜ੍ਹ ਕੇ ਕੋਠੇ ਤੇ ਜਦੋਂ ਤਿਆਰ ਹੋ ਕੇ ਥੱਲੇ ਆਉਣ ਲੱਗੇ ਨਾ ਤੇ ਥੱਲੇ ਸਾਰੇ ਉਹੋ ਜਿਹੀ ਬੇਲੀ ਇਕੱਠੇ ਹੋਏ ਸੀ, ਰਾਈਫਲਾਂ ਕੋਲੇ, ਰਿਵਾਲਵਰ ਕੋਲੇ। ਉਹਨੇ ਉੱਤੋਂ ਦੀ ਐਂ ਦੇਖਿਆ ਵੀ ਕਿੰਨੇ ਕੁ ਲੋਕ ਆ ਗਏ ਨੇ, ਵੀ ਅਸੀਂ ਜਾਣਾ, ਸਾਡਾ ਉਸ ਵਾਸਤੇ ਸਟੇਜ ਤਿਆਰ ਹੋ ਗਈ। ਥੱਲੋਂ ਕਿਸੇ ਨੇ ਫਾਇਰ ਕੀਤਾ, ਜਦੋਂ ਨੇ ਐਂ ਚੱਕਿਆ ਐਂ ਲੰਘ ਗਿਆ ਸਿਰ ਵਿੱਚ ਦੀ, ਬਸ ਉੱਥੇ ਖੇਡ ਖਤਮ। ਕਿਉਂ ਹੋਇਆ ਇਹ? ਮਨ ਮੂਰਖ ਕਾਹੇ ਬਿਲਾਈਏ, ਪੂਰਬ ਲਿਖ ਕਾ ਲੇਖਾ ਪਾਈਏ। ਪੁੱਤ ਜੋ ਹੁਣ ਤਾਈਂ ਕਰਦਾ ਰਿਹਾ ਨਾ ਧੱਕਾ ਲੋਕਾਂ ਨਾਲ, ਜੋ ਮੂੰਹ 'ਚ ਆਇਆ ਬੋਲਦਾ ਰਿਹਾ, ਪਰਵਾਹ ਨਹੀਂ ਕੀਤੀ ਕਿਸੇ ਦੀ, ਉਹ ਲਿਖਿਆ ਸਾਰਾ। ਹੁਣ ਉਹ ਹਿਸਾਬ ਚੱਲਣ ਲੱਗਾ ਤੇਰਾ, ਜਿਹੜਾ ਪਹਿਲਾਂ ਸੀ ਮੁੱਕ ਗਿਆ। ਜਿਹੜੇ ਤੇਰੇ ਸ਼ੁਭ ਕਰਮ ਸੀ, ਜੋ ਤੇਰੀ ਕਮਾਈ ਸੀ, ਉਹ ਤੂੰ ਖਤਮ ਕਰ ਲਈ, ਅੱਗੇ ਕੀਤੀ ਨਹੀਂ। ਅਤੇ ਹੁਣ ਉਹ ਕਰਤੇ ਦਾ ਹਿਸਾਬ ਚੱਲਣ ਲੱਗਿਆ, ਉੱਥੇ ਨਹੀਂ ਖੜ੍ਹਦਾ ਕੋਈ। ਬਸ ਦੇਖ ਇੱਦਾਂ ਹੋਈ ਫਿਰ ਸਿਰੇ 'ਤੇ ਜਾ ਕੇ। ਅਤੇ ਕੀ ਹੁਣ ਪਛਤਾਇਆ, ਕੀ ਕੀਤਾ ਜਾਏ। ਇਸ ਕਰਕੇ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜੇਕਰ ਇਸ ਰਸਤੇ 'ਤੇ ਚੱਲਣਾ ਨਾ ਲਿਵਦੇ 'ਤੇ ਫਿਰ ਪੁੱਤ ਕਰਮ ਬਦਲੋ ਆਪਦਾ। ਜਿਹੜਾ ਨੌਕਰ ਹੈ ਨਾ, ਮੰਨ ਲਓ ਕੋਈ ਨੌਕਰੀ ਕਰਦਾ ਅਤੇ ਉਹ ਸੋਚੇ ਵੀ ਮੈਨੂੰ ਤਨਖਾਹ ਲੋਕਾਂ ਦੇ ਪੈਸੇ ਤੋਂ ਮਿਲਦੀ ਹੈ, ਟੈਕਸ ਲੋਕਾਂ ਦਾ, ਅਤੇ ਮੈਂ ਨੌਕਰ ਹੈ ਇਹਨਾਂ ਦਾ, ਨੌਕਰ ਬਣ ਕੇ ਰਹੇ, ਇਮਾਨਦਾਰੀ ਨਾਲ ਕੰਮ ਕਰੇ। ਜ਼ਿਮੀਂਦਾਰ ਫਸਲ ਦੇ ਵਿੱਚ ਕੋਈ ਬੇਈਮਾਨੀ ਨਾ ਕਰੇ, ਹਰੀ ਨਾ ਵੱਢੇ, ਵਿੱਚ ਕੋਈ ਸਰਲਾਵੇ ਨਾ, ਦੁੱਧ ਵਾਲਾ ਦੁੱਧ 'ਚ ਪਾਣੀ ਨਾ ਪਾਵੇ, ਹਰ ਇੱਕ ਕਿੱਤਾ ਸਾਫ਼ ਹੋਵੇ। ਅਤੇ ਬਰਕਤ ਪਾਉਣ ਵਾਲਾ ਤਾਂ ਪਰਮਾਤਮਾ, ਉਹ ਹਰ ਥਾਂ 'ਤੇ ਬੈਠਾ ਦੇਖਦਾ। ਇਸ ਕਰਕੇ ਅੱਜ ਤੋਂ ਬਾਅਦ ਜੇ ਸੁੱਖ ਲੈਣਾ ਤਾਂ ਹੱਕ ਪਰਾਇਆ ਨਾਨਕਾ, ਉਹ ਸੂਰ ਉਸ ਗਾਏ। ਇਹ ਮਹਾਰਾਜ ਨੇ ਸਾਨੂੰ ਸਮਝਾਇਆ। ਕਰਮ ਦੇ ਨਾਲ ਨਾਲ ਨਾਮ ਜਪਣਾ, ਫਿਰ ਚੱਲਾਂਗੇ ਆਪਦੇ ਘਰ। ਫਿਰ ਇਹ ਨਹੀਂ ਖਿੱਚ ਸਕਦੇ ਆਪਾਂ ਨੂੰ ਪਿੱਛੇ ਨੂੰ, ਫਿਰ ਤਾਂ ਅੱਗੇ ਨੂੰ ਐਡਵਾਂਸ ਹੀ ਹੋਏਗਾ ਕੰਮ। ਫਿਰ ਕੀ ਹੋਏਗਾ? ਪਿਆਰ ਪੈ ਜਾਏਗਾ। ਮਹਾਰਾਜ ਤੁਸੀਂ ਐਸੇ ਪ੍ਰੀਤਮ ਦੀ ਦੱਸ ਪਾ ਦਿੱਤੀ, ਐਸੇ ਮਾਲਕ ਦੀ ਦੱਸ ਪਾ ਦਿੱਤੀ, ਜਿਹੜੇ ਸਾਨੂੰ ਮਾਤਾ ਦੇ ਗਰਭ ਦੀ ਅਗਨ 'ਚ ਪਾਲਿਆ। ਉੱਥੇ ਕਿਹੜਾ ਸੀ ਕੋਈ ਕੰਮ ਕੀਤਾ? ਉੱਥੇ ਵੀ ਖੁਰਾਕ ਮਿਲੀ ਮਹਾਰਾਜ, ਸਰੀਰ ਨੂੰ ਮਿਲੀ, ਮਨ ਨੂੰ ਵੀ ਮਿਲੀ, ਪਰ ਲੇਕਿਨ ਤੁਹਾਡੀ ਕਿਰਪਾ ਸੀ, ਅਸੀਂ ਤੁਹਾਨੂੰ ਉੱਥੇ ਸਾਸ ਸਾਸ ਜਪਦੇ ਸੀ। ਇਸ ਕਰਕੇ ਹੁਣ ਮਹਾਰਾਜ ਕਿਰਪਾ ਕਰੋ, ਸਾਨੂੰ ਐਸੀ ਸਮੱਤ ਬਖਸ਼ਿਸ਼ ਕਰ ਦਿਓ ਕਿ ਉਹ ਮਾਲਕ ਸਾਨੂੰ ਵਿਸਰੇ ਨਾ, ਅਸੀਂ ਉਹਦੇ ਵਿੱਚ ਸਮਾ ਜਾਈਏ। ਬਸ ਇਹੀ ਆਪਣਾ ਮਨੋਰਥ ਆ, ਇਹੀ ਆਪਣਾ ਮਕਸਦ ਆ। ਇਸ ਖੇਲ ਨੂੰ ਸਮਝਦੇ ਹੋਇਆ ਇਸ ਤਰਲੋਕੀ ਦੇ ਵਿੱਚ ਬਚ ਕੇ ਚੱਲਣਾ। ਜਿਵੇਂ ਮਹਾਰਾਜ ਨੇ ਆਪਾਂ ਨੂੰ ਉਦਾਹਰਨ ਦਿੱਤੀ ਨਾ, ਚੋਲੇ ਨੂੰ ਸੰਭਾਲ ਕੇ ਚੱਲੋ, ਕੋਈ ਫੁੱਲ ਨਾ ਟੁੱਟੇ। ਇਸੇ ਤਰ੍ਹਾਂ ਜਿਹੜਾ ਸਾਡਾ ਵਿਚਾਰਾਂ ਦਾ ਖੇਲ, ਇਹਨੂੰ ਸੰਭਾਲ ਕੇ ਚੱਲੋ, ਕਿਤੇ ਖਿੱਲਰ ਨਾ ਜਾਏ ਕਿਸੇ ਦਿਨ ਬਾਏ ਨੂੰ, ਫਿਰ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਦੁਨੀਆ ਕੀਆਂ ਵਡਿਆਈਆਂ, ਅੱਗੀ ਛੇਤੀ ਜਾਲ, ਕਹਿੰਦੇ ਨੂੰ ਅੱਗ ਨਾਲ ਜਾਲ ਦੇ। ਇੰਨੀ ਜਲੀਨ ਨਾਮ ਵਸਾਰਿਆ, ਇੱਕ ਨਾ ਚੱਲੀ ਨਾਲ, ਕਹਿੰਦੇ ਨੇ ਨਾਮ ਵਸਾਰ ਦੇਣਾ ਪੁੱਤ ਅਤੇ ਨਾਲ ਨਹੀਂ ਜਾਣਾ, ਇੱਥੇ ਰਹਿ ਜਾਣਾ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ ਵੀ ਸਾਥ ਨਾ ਚਾਲੇ ਬਿਨ ਭਜਨ ਵਿਖਿਆ। ਆਹ ਸਾਰਾ ਸੰਸਾਰ ਕੀ ਹੈ ਜੀ? ਵਿਖਿਆ। ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਜ਼ਹਿਰ ਕਿਉਂ ਕਿਹਾ ਗਿਆ ਮਾਇਆ ਨੂੰ? ਆਪਾਂ ਕਹਿੰਦੇ ਮਹਾਰਾਜ ਸਾਨੂੰ ਕੋਠੀ ਦੀ ਲੋੜ ਹੈ, ਕਾਰ ਵੀ ਚਾਹੀਦੀ ਹੈ, ਧੀਆਂ ਪੁੱਤਰ ਵੀ ਚਾਹੀਦੇ, ਰਿਜ਼ਕ ਵੀ ਚਾਹੀਦਾ, ਅਤੇ ਤੁਸੀਂ ਕਹਿੰਦੇ ਜ਼ਹਿਰ ਹੈ। ਕਹਿੰਦੇ ਪੁੱਤ ਦੇਖੋ, ਇਹ ਮਾਇਆ ਦਾ ਦੇਸ਼ ਜਿਹੜਾ ਨਾ, ਜ਼ਹਿਰ ਇਹ ਉਦੋਂ ਬਣਦਾ ਜਦੋਂ ਤੁਸੀਂ ਨਾਮ ਨਾਲ ਟੁੱਟ ਜਾਂਦੇ ਹੋ, ਸੱਚ ਨੂੰ ਭੁੱਲ ਜਾਂਦੇ ਹੋ। ਫਿਰ ਜ਼ਹਿਰ ਕੀ ਕਰਦਾ? ਕਹਿੰਦੇ ਜ਼ਹਿਰ ਜਦੋਂ ਕਿਸੇ ਜੀਵ ਨੂੰ ਚੜ੍ਹਦਾ ਨਾ, ਉਹਨੂੰ ਪਹਿਲਾਂ ਤਾਂ ਸੁਣਨੋਂ ਹਟਦਾ ਜੀ, ਹੌਲੀ ਹੌਲੀ ਦਿਸਣੋਂ ਹਟ ਜਾਂਦਾ। ਸਮਝੋ ਉਹਨਾਂ ਦੇ ਅੰਦਰ ਅੱਗ ਵੱਧ ਗਈ, ਜ਼ਹਿਰ ਵੱਧ ਗਿਆ। ਮਨ ਮੁਖ ਬੋਲੇ ਅੰਧਲੇ, ਤਿੰਨਵੇਂ ਅਗਨੀ ਵਾਸ। ਅਤੇ ਅੱਜ ਸਾਰੇ ਸੰਸਾਰ ਨੂੰ ਮੇਰਾ ਮੇਰਾ ਕਰਕੇ ਜ਼ਹਿਰ ਚਿੰਬੜਿਆ, ਅਤੇ ਮਹਾਰਾਜ ਕਹਿੰਦੇ ਜ਼ਹਿਰ ਚੜ੍ਹ ਗਿਆ, ਮੇਰੀ ਮੇਰੀ ਕਰਤੇ ਜਨਮ ਗਇਓ, ਜਨਮ ਵਿਅਰਥ ਚਲਾ ਜਾਂਦਾ। ਇਸ ਕਰਕੇ ਹੁਣ ਕੀਮਤ ਸਮਝੀਏ ਜੀ। ਕੋਈ ਕਿਸੇ ਨੌਕਰੀ ਵਾਸਤੇ ਮੰਨ ਲਓ SDO ਭਰਤੀ ਹੋਣ ਗਿਆ,
ਉੱਥੇ ਲੱਖ ਬੰਦਾ ਆ ਗਿਆ, ਉਹਦੇ 'ਚੋਂ 100 ਰੱਖਣਾ ਸੀ, ਉਹ ਰੱਖੇ ਗਏ। ਲੱਖ 'ਚੋਂ 100 ਰੱਖੇ ਗਏ। ਉਹ ਕਹਿਣਗੇ ਬੜੇ ਬੜੀ ਸ਼ਾਬਾਸ਼, ਬੜੀ ਤਰੱਕੀ ਹੋਈ। ਅਤੇ ਆਪਾਂ ਦੇਖੋ 84 ਲੱਖ ਆਇਆ ਪੂਰਾ। ਠੀਕ ਹੈ ਜੀ। ਪੈਨ ਵੀ ਆਪਣਾ ਮੁੱਕ ਚੱਲਿਆ। ਆਹ ਦੇਖੋ, ਕਾਈ ਦਾ ਸੈਂਕੜਾ, ਹਜ਼ਾਰ, 10,000, ਲੱਖ, 1 ਜ਼ੀਰੋ ਹੋਰ ਲੱਗਣੀ ਹੋਣੀ ਮੈਨੂੰ ਲੱਗਦੀ। ਠੀਕ ਹੈ। ਇੰਨੇ ਆਏ ਜੀ, ਇੰਨਿਆਂ 'ਚੋਂ ਆਪਾਂ ਸਿਲੈਕਟ ਹੋਏ। 84 ਲੱਖ ਜੂਨ ਦੇ ਵਿੱਚੋਂ ਘੁੰਮਦੇ ਘੁੰਮਦੇ ਫਿਰ ਇੱਕ ਇੱਕ ਜਨਮ 'ਚ ਪਤਾ ਨਹੀਂ ਕਿੰਨੇ ਵਾਰੀ ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੇਂ ਜੋ ਵਰੇ, ਬੇਸਵਾ ਜੂਨ में वल वल उतरे, अंत काल जो लड़के सिमरे, ऐसी चिंता में जो मरे, प्रेत जून में, सूकर जून में वल वल उतरे। कोठी नाल प्यार पै गया, प्रेत जून चला गया। माया नाल प्यार पै गया, सप जून चला गया। पता नहीं किन्ने वारी रिपीट हो गए, स्लिप मारी गए उत्थे। इस करके गुरु प्यारिओ, आप कोशिश करनी है कि इस खेल नूं समझा जाए भी मानस जामा जिहड़ा है वो एडा कीमती है। इस दी आपां कदर करनी, किते साडे हथों ना चला जाए, व्यर्थ ना चला जाए। समझिए जी किड्डा कीमती है। इस तो कोई कीमती चीज़ है? इन्नी औखी सिलैक्शन हुई अपनी, फिर आपां मानस जामे च आए। वो भी कलयुग दे विच बड़ी किरपा की, नाले उन्हें संगत बख्शिश करती। इस करके हुण आपां की करना जी, आपां नूं भेत नहीं किहड़े सवास ने साडा आखिरी सवास बन जाना। इस करके महाराज कहते ब्रह्म बोलो, ब्रह्म सुनो, ब्रह्म देखो। बोलण तो पहलां सोचो भी की बोलन लगे हो। लेखे बोलन बोलना, लेखे विच आ, लेखे खाना खाओ, लेखे वार्ड चलाइए, लेखे सुनो खाओ। ये सारा खेल इस तरीके नाल आपां खेडना। ठीक है जी। इस करके हुण जो आपां कर बैठे हुण जिहड़े कागज़ अपने तैयार हो गए, वो आपां कागज़ पढ़ाउणे आ भी माड़े चाहे 10 नंबरीए बन गए ना, असीं पाड़ दिओ जी। तो महाराज कहते किवें पाटणगे? कहते धर्म राय तर कागज़ फारे, जन नानक लेखा समझा। आओ फिर हुण आपां लेखा समझिए, कोई विचार नहीं आउण देना। ठीक है जी। करो बेनती कि महाराज तूं धन आ, साडियां करतूतां ते पर्दा पाया जी तूं, बहुत धन आ। ये तूं ही जानदा भी असीं किहो ਜਿਹੇ विचार लैंदे रहे हैं महाराज, ਜਾਂ ਸਾਨੂੰ ਪਤਾ ਹੈ ਤੇ ਜਾਂ ਤੈਨੂੰ ਪਤਾ, ਤੇ ਤੂੰ ਫਿਰ ਵੀ ਸਾਡਾ ਪਰਦਾ ਢੱਕੀ ਬੈਠਾ, ਜ਼ਾਹਰ ਨਹੀਂ ਹੋਣ ਦਿੱਤਾ। ਤੇ ਮਹਾਰਾਜ ਕਿਰਪਾ ਕਰ ਹੁਣ ਆਪਦੇ ਚਰਨਾਂ ਨਾਲ ਜੋੜ ਇਹ ਪਾਠ ਦੇ ਲੇਖਾ ਸਾਡਾ। ਆਓ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
kere 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 kere